टीचर्स का भी पढ़ाया बड़ा कम समझ आया। मैं आपको बाद में बताऊंगा मेरी डेफिनेशन ऑफ टीचर क्या है। फर्स्ट ऑफ ऑल माय गुड सिस्टर इज गोइंग टू इंट्रोड्यूस। आजा बेटा। I was right, sir. यू आर नेवर रॉन्ग। इधर आओ। यही तो टीचर की डेफिनेशन क्या है। रूल नंबर 1, वट एवर टीचर इज सेइंग इज करेक्ट। रूल नंबर 2, इफ टीचर इज फाउंड रॉन्ग, सी रूल नंबर 1, टीचर इज ऑलवेज राइट। बैठ जाओ। वैसे मैं कहता हूँ रुकी। हाँ जी प्लीज इंट्रोड्यूस। ਥੈਂਕ ਯੂ ਸਰ। ਪਹਿਲਾਂ ਤਾਂ ਫਸਟ ਆਫ ਆਲ ਥੈਂਕ ਯੂ, ਤੁਸੀਂ ਇੰਨਾ ਇੰਟਰੈਕਟਿਵ ਸੈਸ਼ਨ ਸਾਨੂੰ ਪੇਸ਼ ਕੀਤਾ ਕਿ ਸਾਨੂੰ ਇੰਨਾ ਇੰਜੋਇਮੈਂਟ ਫੀਲ ਹੋਈ ਹੈ, ਸਾਨੂੰ ਬੋਰਿੰਗ ਲੱਗ ਹੀ ਨਹੀਂ ਰਿਹਾ। ਪਟਿਆਲੇ Even ਦਾ ਕਿ ਬਹੁਤ ਵਧੀਆ ਹੁੰਦਾ ਹੈ। ਪਿੱਛੇ ਵਾਲੇ ਬੈਂਚਰਸ ਨੂੰ ਵੀ ਨਹੀਂ ਬੋਰਿੰਗ ਲੱਗ ਰਿਹਾ, ਜੋ ਕਿ ਐਕਚੁਅਲ 'ਚ ਬੱਚੇ ਕਰਦੇ ਹੁੰਦੇ ਜਿਹੜੇ ਲਾਸਟ ਬੈਂਚ ਤੇ ਬਹਿ ਜਾਂਦੇ ਆ, ਉਹ ਫਿਰ ਕਾਪੀਆਂ ਕਾਲੀਆਂ ਕਰ ਰਹੇ ਹੁੰਦੇ ਆ, ਉਹ ਪੜ੍ਹਾਈ ਨਹੀਂ ਕਰ ਰਹੇ ਹੁੰਦੇ। ਪਰ ਸਾਨੂੰ ਅੱਜ ਬੈਕ ਬੈਂਚ ਤੇ ਬੈਠ ਕੇ ਵੀ ਸਾਨੂੰ ਇੱਕ ਇੱਕ ਵਰਡ ਤੁਹਾਡਾ ਸੁਣ ਰਿਹਾ ਸੀ। ਤੁਸੀਂ ਬਹੁਤ ਜ਼ਿਆਦਾ ਇੰਟਰੈਕਟਿਵ ਸੈਸ਼ਨ ਵਿੱਚ। ਸਰ बैक टू द क्वेश्चन। उधर ही जाता है। जेड़ा बोले वही कुंडा खोले। आओ तसी 2 मिनट आओ तसी। Actually, you know what I want? I want that this is your session, and I will be, you know, I'm just learning from you people all. आपसे बहुत कुछ सीखने को मिलता है। ਸਰ ਇੱਕ ਟਫ ਸੈਸ਼ਨ ਮੇਰੀ ਲਾਈਫ ਵਿੱਚ ਵੀ ਆਇਆ ਸੀ ਜਦੋਂ ਮੈਂ ਮਤਲਬ ਇੱਥੇ ਆਈ, ਤੇ ਪਹਿਲਾ ਜਿਹੜਾ ਸੈਸ਼ਨ ਮੈਨੂੰ ਮਿਲਿਆ ਸੀ ਉਹ ਬਹੁਤ ਜ਼ਿਆਦਾ ਮਤਲਬ ਕਲਾਸ ਇਦਾਂ ਦੀ ਸੀਗੀ ਕਿ ਸੁਣ ਹੀ ਨਹੀਂ ਮਤਲਬ ਐਸੀ ਸੀਗੀ ਵੀ ਬੱਚੇ ਕੰਟੀਨਿਊਸਲੀ ਗੱਲ ਕਰ ਰਹੇ ਸੀ। ਤਾਂ ਉਹਨਾਂ ਨੂੰ ਮੈਂ ਇੱਕ ਚੀਜ਼ ਮਤਲਬ ਉਹਨਾਂ ਨੂੰ ਕਿਹਾ ਕਿ ਮੈਂ ਤਾਂ ਐਸਐਸਟੀ ਪੜ੍ਹਾਉਣਾ ਹੀ ਆ। ਸਭ ਤੋਂ ਜ਼ਿਆਦਾ ਮੂੰਹ ਨੀਚੇ, ਓਹੋ ਐਸਐਸਟੀ ਤਾਂ ਇੰਨਾ ਬੋਰਿੰਗ ਸਬਜੈਕਟ ਹੈ ਕਿ ਤੂੰ ਸਮਝ ਆ ਚੁੱਕਾ ਵੀ ਮੈਡਮ ਤਾਂ ਐਸਐਸਟੀ ਪੜ੍ਹਾਉਣਗੇ, ਹੁਣ ਕੁਝ ਨਹੀਂ ਸਮਝ ਆਣਾ, ਕਹਾਣੀਆਂ ਹੀ ਹੁੰਦੀਆਂ ਸੁਣ ਲਓ, ਕੁਝ ਨਹੀਂ। ਹੁਣ ਮੈਂ ਸੋਚਿਆ ਵੀ ਇਹਨਾਂ ਨੂੰ ਕਿਵੇਂ ਪੜ੍ਹਾਇਆ ਜਾਵੇ, ਤਾਂ ਮੈਂ ਸਭ ਤੋਂ ਪਹਿਲਾਂ ਇਹ ਸਿੱਖਿਆ ਕਿ ਟੀਚਰ ਨੂੰ ਐਕਟਰ ਵੀ ਬਣਨਾ ਬਹੁਤ ਜ਼ਰੂਰੀ ਹੈ। ਤਾਂ ਮਤਲਬ ਪਹਿਲੀ ਚੀਜ਼ ਜੋ ਮੈਂ ਚੀਜ਼ ਸਿੱਖੀ, ਤਾਂ ਹੁਣ ਮੈਂ ਉਹਨਾਂ ਨਾਲ ਗੱਲ ਵੀ ਕਰਨੀ ਸੀ, ਮੈਂ ਉਹਨਾਂ ਨੂੰ ਫਰੀडम ਫਾਈਟਰ ਬਾਰੇ ਵੀ ਦੱਸਣਾ ਸੀ, ਸੈਸ਼ਨ ਵੀ ਪੂਰਾ ਕਰਨਾ ਸੀਗਾ, ਟਾਸਕ ਵੀ ਸੀ। ਉਹ ਸਰ ਬੱਚੇ ਕਹਿੰਦੇ ਅਸੀਂ ਨਹੀਂ ਪੜ੍ਹਨਾ ਮੈਮ, ਅਸੀਂ ਪੜ੍ਹਨਾ ਹੀ ਨਹੀਂ, ਐਸਐਸਟੀ ਹੈ ਸਾਡਾ ਫ੍ਰੀ ਲੈਕਚਰ ਹੈ, ਅਸੀਂ ਨਹੀਂ ਪੜ੍ਹਨੀ, ਕੁਝ ਵਧੀਆ ਜੀ ਕਹਾਣੀ ਹੀ ਸੁਣਾ ਦਿਓ ਤੁਸੀਂ। ਤਾਂ ਹੁਣ ਮੈਂ ਬੇਸਿਕਲੀ ਫਰੀडम ਫਾਈਟਰ ਬਾਰੇ ਗੱਲ ਕਰਨੀ ਸੀ, ਤੇ ਡਾਂਡੀ ਮਾਰਚ ਦਾ ਟੌਪਿਕ ਸੀਗਾ। ਜਦੋਂ ਡਾਂਡੀ ਮਾਰਚ ਮੈਂ ਉਹਨਾਂ ਨੂੰ ਸਿਖਾ ਰਹੀ ਸੀਗੀ, ਤਾਂ ਉਹ ਮੈਨੂੰ ਮਤਲਬ ਕਿ ਪੁੱਛ ਰਹੇ ਸੀਗੇ ਕਿ ਸਰ ਮੈਮ ਕਿ ਜਿਹੜੇ ਗਾਂਧੀ ਜੀ ਹੈ ਉਦੋਂ ਤਾਂ ਰੇਲਵੇ ਵੀ ਆ ਗਈ ਸੀ, ਤੇ ਉਹ ਪੈਦਲ ਹੀ ਕਿਉਂ ਗਏ, ਯਾਤਰਾ ਉਹਨਾਂ ਨੇ ਪੈਦਲ ਕਿਉਂ ਕੱਢੀ ਡਾਂਡੀ ਤੋਂ, ਹੈ ਨਾ, ਮਤਲਬ ਸਾਬਰਮਤੀ ਤੋਂ ਡਾਂਡੀ ਜਾਣਾ ਤੇ ਪੈਦਲ ਕਿਉਂ ਗਏ, ਰੇਲਵੇ ਤੇ ਚੜ ਕੇ ਚਲੇ ਜਾਂਦੇ। ਤੇ ਹੈ ਮੈਂ ਵੀ ਕਨਫਿਊਜ਼, ਮੈਂ ਸੋਚਿਆ ਵੀ ਐਕਟਰ ਬਣਨਾ ਬਹੁਤ ਜ਼ਰੂਰੀ ਹੈ। ਮੈਂ ਵੀ ਉਸ ਪੋਜੀਸ਼ਨ ਤੇ ਲਿਆ ਕੇ ਆਪਣੇ ਆਪ ਨੂੰ ਸੋਚਿਆ ਵੀ ਗਾਂਧੀ ਜੀ ਗਏ ਕਿਉਂ ਹੋਣੇ। ਮੈਂ ਕਿਹਾ ਦੇਖੋ ਗੱਲ ਇਹ ਹੈ, ਜੇ ਰੇਲਵੇ ਚੜ ਕੇ ਚਲੇ ਜਾਂਦੇ, ਤੁਹਾਡੇ ਮੇਰੇ ਵਰਗੇ ਲੋਕ ਉਹਨਾਂ ਨੂੰ ਦੇਖਦੇ ਕਿੱਥੋਂ, ਜੇ ਉਹ ਤੁਰ ਕੇ ਜਾਣਗੇ। ਕਹਿੰਦੇ ਤੁਰ ਕੇ ਕਿਵੇਂ, ਮੈਂ ਕਿਹਾ ਐਵੇਂ ਮੈਂ ਕਿਹਾ ਐਵੇਂ ਤੁਰ ਕੇ ਜਾਣਗੇ। ਤਾਂ ਮੈਂ ਉਹਨਾਂ ਨੂੰ ਏਦਾਂ ਕਰਕੇ ਦਿਖਾਇਆ, ਮੈਂ ਕਿਹਾ 11 ਨੰਬਰ ਦੀ ਗੱਡੀ, ਮਤਲਬ 11 ਮਾਰਚ ਨੂੰ ਗਾਡੀ ਯਾਤਰਾ ਸਟਾਰਟ ਹੋਈ ਸੀ 11 ਨੰਬਰ ਦੀ ਗੱਡੀ ਤੇ। ਕਹਿੰਦੇ ਠੀਕ ਹੈ, ਉਹਨਾਂ ਨੂੰ ਯਾਦ ਹੋ ਗਿਆ। ਤਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪੁੱਛਿਆ ਹੈ ਨਾ ਕਿ ਅੱਛਾ ਠੀਕ ਹੈ ਮੈਮ, ਸਡਨਲੀ ਇੱਕ ਬੱਚਾ ਨੋਟਿਸ ਜਿਵੇਂ ਕ੍ਰੀਏਟ ਹੁੰਦਾ, ਮੈਮ ਸਾਰੇ ਫਰੀडम ਫਾਈਟਰ ਇੰਨੇ ਲੌਜੀਕਲ ਥਿੰਕਰ ਸੀਗੇ ਹੈ, ਤੇ ਇੰਨੇ ਜ਼ਿਆਦਾ ਗਾਂਧੀ ਜੀ ਤਾਂ ਅਸੀਂ ਦੇਖਿਆ ਵੀ ਟਕਲਾ ਹੋਇਆ ਉਹਨਾਂ ਦਾ ਹੈਗਾ, ਤੇ ਉਹਨਾਂ ਨੇ ਧੋਤੀ ਪਾਈ ਹੋਈ ਹੈ, ਉਹਨਾਂ ਨੂੰ ਕਿਆ ਮਿਲ ਰਿਹਾ ਸੀ ਧੋਤੀ ਦੇ ਵਿੱਚ। ਮੈਂ ਵੀ ਕਨਫਿਊਜ਼, ਮੈਂ ਕਿਹਾ ਹੁਣ ਮੈਂ ਇਹਦਾ ਕੀ ਜਵਾਬ ਦੇਵਾਂ ਵੀ ਸਾਰੇ ਸਰੀਰ ਤੇ ਸਿਰਫ ਧੋਤੀ ਪਾਈ ਹੋਈ ਹੈ, ਉੱਪਰ ਕੱਪੜੇ ਕਿਉਂ ਨਹੀਂ ਪਾਏ ਹੋਏ। ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਨੌਨ ਕੋਆਪਰੇਸ਼ਨ ਮੂਵਮੈਂਟ ਚੱਲ ਰਿਹਾ ਸੀ, ਕਿ ਗਾਂਧੀ ਜੀ ਨੇ ਕੱਪੜੇ ਪਾਉਣ ਤੋਂ ਇਨਕਾਰ ਕਰਤਾ ਸੀ ਅੰਗਰੇਜ਼ਾਂ ਦੇ। ਤਾਂ ਮੈਂ ਕਿਹਾ ਨਹੀਂ ਸਾਰੇ ਇਦਾਂ ਨਹੀਂ ਸੀ, ਕੁਛ ਨਾ ਸਵੈਗ ਵੀ ਸੀਗੇ ਫਰੀडम ਫਾਈਟਰ। ਕਹਿੰਦੇ ਕਿ ਜਿਵੇਂ ਜਵਾਹਰ ਲਾਲ ਨਹਿਰੂ। ਮੈਂ ਕਹਿੰਦੇ ਜਵਾਹਰ ਲਾਲ ਨਹਿਰੂ ਚ ਕੀ ਸਵਾਲ। ਮੈਂ ਕਿਹਾ ਇੱਕ ਵਾਰੀ ਉਹ ਜਾ ਰਹੇ ਸੀਗੇ ਲੰਡਨ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਸੀਗੇ, ਮੈਂ ਕਿਹਾ ਉਹ ਜਾ ਰਹੇ ਸੀਗੇ ਆਪਣੀ ਵੇਸ਼ਭੂਸ਼ਾ ਦੇ ਵਿੱਚ, ਠੀਕ ਹੈ, ਆਪਣੇ ਵਰਨੈਕੂਲਰ ਜਿਹੜੀ ਡਰੈਸਿੰਗ ਸੀ ਉਹਦੇ ਵਿੱਚ ਜਾ ਰਹੇ ਸੀ, ਤੇ ਉਹਨਾਂ ਨੂੰ ਨਾ ਮਤਲਬ ਪਿੱਛੋਂ ਦੀ ਆ ਕੇ ਅੰਗਰੇਜ਼ ਨੇ ਗੱਡੀ ਐ ਵਿੱਚ ਲਗਾਈ ਤੇ ਕੀਚੜ ਪੈ ਗਿਆ ਉਹਨਾਂ ਦੇ ਉੱਪਰ, ਤੇ ਉਹਨਾਂ ਨੂੰ ਬੜਾ ਗੁੱਸਾ ਚੜਿਆ ਵੀ ਯਾਰ ਇਹਨੂੰ ਮੈਂ ਤਾਂ ਦਿਖਿਆ ਨਹੀਂ, ਤੇ ਉੱਪਰੋਂ ਦੀ ਉਹਨਾਂ ਨੇ ਮਤਲਬ ਮੋਟੀ ਜੀ ਗਾਲ ਕੱਢਤੀ ਉਹਨੂੰ, ਮਤਲਬ ਮੈਂ ਯੂਜ਼ ਨਹੀਂ ਕਰਾਂਗੀ ਵੀ ਬਾਸਟਰਡ ਯੂ ਸਾਈਡ ਪਲੀਜ਼, ਦਿਸ ਇਜ਼ ਨਾਟ ਯੋਰ ਪਲੇਸ, ਗੋ ਬੈਕ ਟੂ ਇੰਡੀਆ। ਉਹਨਾਂ ਨੂੰ ਬੜਾ ਚੜਿਆ। ਫਿਰ ਉਹ ਬੱਚੇ ਕਹਿੰਦੇ ਮੈਮ ਫਿਰ ਕੀ ਹੋਇਆ, ਮੈਂ ਕਿਹਾ ਫਿਰ ਅਗਲੇ ਦਿਨ ਚੈੱਕ ਕਰ ਮਿੱਤਰਾਂ ਦਾ ਸਵੈਗ ਮਿਲੋ। ਕਹਿੰਦੇ ਕੀ ਹੋਇਆ, ਮੈਂ ਕਿਹਾ ਦੇਖੋ ਫਿਰ ਅਗਲੇ ਦਿਨ ਕੀ ਹੋਇਆ, ਮੈਂ ਕਿਹਾ ਅਗਲੇ ਦਿਨ ਜਵਾਹਰ ਲਾਲ ਨਹਿਰੂ ਉਸ ਤੋਂ ਵੀ ਵੱਡੀ ਗੱਡੀ ਚ ਆਏ। ਮੈਂ ਕਿਹਾ ਉਹਦੀ ਗੱਡੀ ਦੇ ਸਾਹਮਣੇ ਵੱਡੀ ਗੱਡੀ ਲਾਈ। ਫਿਰ ਉਹਨਾਂ ਨੇ ਐਨਕਾਂ ਤਾਰੀਆਂ ਤੇ ਆਈ ਐਮ ਜਵਾਹਰ ਲਾਲ ਨਹਿਰੂ ਨੋਟ ਗਾਂਧੀ। ਤੇ ਉਹਨਾਂ ਨੇ ਇਹ ਚੀਜ਼, ਇਹ ਲਫ਼ਜ਼ ਉਹਨਾਂ ਦੀ ਉਸ ਦੇ ਵਿੱਚ ਤਾਏ ਹੈ। ਤਾਂ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਐਕਟਰ ਹੋਣਾ ਵੀ ਬਹੁਤ ਜ਼ਰੂਰੀ ਹੈ ਕਲਾਸ ਨੂੰ ਆਪਣੇ ਵੱਲ ਇੰਟਰੈਕਟ ਕਰਨ ਲਈ। ਜੇ ਆਪਾਂ ਐਕਟਰ ਨਹੀਂ ਹੋਵਾਂਗੇ ਉਹ ਤਾਂ ਗੱਲਾਂ ਹੀ ਮਾਰਦੇ ਰਹਿ ਜਾਣਗੇ ਬੱਚੇ। ਤਾਂ ਕੁਝ ਨੋਟੀ ਬੱਚਿਆਂ ਲਈ ਮੈਂ ਹੁਣ ਅਪ ਟੂ ਯੂ ਸਰ, ਥੈਂਕ ਯੂ। Vibrations, and Thank you, sir. I'm 100% sure that
her class is going to enjoy her day. ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ ਸਰ। ਸਰ ਯੈਸ ਸਰ, ਕੁਝ ਮੇਰੇ ਸਾਥੀ ਵੀ ਆ ਕੇ ਨਾਲ ਬਹਿ ਜਾਂਦੇ ਜਿਨ੍ਹਾਂ ਨੂੰ ਮੈਂ ਰੋਜ਼ ਕਹਿੰਦੀ ਹਾਂ ਕਿ ਤੁਸੀਂ ਜਾਓ ਮੇਰੀ ਕਲਾਸ ਨਾਲ ਲਗਾਓ, ਤੇ ਉਹ ਵੀ ਆ ਕੇ ਬਹਿ ਜਾਂਦੇ ਨੇ ਜ਼ਬਰਦਸਤੀ। ਸੰਦੀਪ ਸਰ ਵਰਗੇ ਵੀ ਕਹਿੰਦੇ ਕਿ ਤੁਹਾਡੀ ਕਲਾਸ ਲੈਣੀ ਹੈ। ਇੱਕ ਗੱਲ ਕਹਾਂ, ਹੁਣ ਜੇ ਪੁੱਛਣ ਕਿ ਗਾਂਧੀ ਜੀ ਅੱਜ ਦੀ ਡੇਟ 'ਚ ਫਰੀडम ਸਟਰਗਲ ਕਿੱਦਾਂ ਕਰਦੇ, ਕਿ ਪਹਿਲਾਂ ਤਾਂ ਉਹ ਫੇਸਬੁੱਕ ਅਕਾਊਂਟ ਬਣਾਉਂਦੇ, ਫਿਰ ਉਹ ਇੰਸਟਾਗ੍ਰਾਮ ਅਕਾਊਂਟ ਬਣਾਉਂਦੇ, ਫਿਰ ਰੀਲਾਂ ਬਣਾਉਂਦੇ, ਤੇ ਸਲਮਾਨ ਖਾਨ ਵੀ ਤਾਂ ਸਵੈਗ ਹੀ ਹੈ, ਉਹ ਵੀ ਤਾਂ ਨਾਨ ਕੋਆਪਰੇਟਿੰਗ ਕਰਦਾ, ਸ਼ਰਟਲੈਸ ਕੱਪੜੇ ਪਾ ਕੇ ਫਿਰਦਾ। ਤਾਂ ਗਾਂਧੀ ਜੀ ਇਜ਼ ਵੇਅਰਿੰਗ ਧੋਤੀ, ਹੀ ਇਜ਼ ਵੇਅਰਿੰਗ ਹੀ ਸ਼ਰਟਲੈਸ, ਸੋ ਗॉट ਅ ਕੰਬੀਨੇਸ਼ਨ। ਸੋ ਇਟਸ ਓਵਰ। You are speaking so well. मैं तो पीछे चला गया सी। I was enjoying you like you are my resource person and I'm a teacher. एक गल कमा, your good name? ਅਮਨਜੋਤ ਸਰ। अमनजोत, मेरे बच्चे, why don't you join me as a resource person? ਸਰ ਇਟਸ ਮਾਈ ਪਲੇਜ਼ਰ। हाँ, बस पैसे मैं लिया करांगा। ਸਰ ਪੈਸੇ ਦੇ ਪਿੱਛੇ ਤਾਂ ਫਿਰ ਅਸੀਂ ਬਹੁਤ ਪਿੱਛੇ ਰਹਿ ਜਾਾਂਗੇ ਜੇ ਪੈਸੇ ਪਿੱਛੇ ਸੋਚਦੇ ਰਹੇ। दो टीचर, मैं ते गुरलीन, ਅਸੀਂ ਦੋਨੋਂ ਜਾ ਰਹੇ। ਮੈਂ ਕਿਹਾ ਜੇ ਅੰਬਾਨੀ ਇਡਾਨੀ ਦਾ ਸਾਰਾ ਜਾਇਦਾਦ ਮੇਰੇ ਕੋਲ ਆ ਜਾਵੇ ਤਾਂ ਇਸ ਤੋਂ ਅਮੀਰ। ਗੁਰਲੀਨ ਕਹਿੰਦਾ ਕਿੱਦਾਂ? ਮੈਂ ਕਿਹਾ 2 ਗਰੁੱਪ ਵੀ ਤਾਂ ਪੜਾਵਾਂਗੇ। ਸੋ God bless you. ਆਨਲਾਈਨ ਪਾ ਦਾਂਗੇ ਸਰ, ਅੱਧੇ ਅੱਧੇ ਲੈ ਲਾਂਗੇ ਨਾ। God bless you. God bless you. Yes, हाजी भाई। सर मैं तो ये कहती हूँ जो बैक बेंचर्स होते हैं, पहले आप अपना नाम इंट्रोड्यूस। गुरप्रीत, गुरप्रीत। मैं छोटे बच्चों को पढ़ाती हूँ यूकेजी क्लास के। जो बच्चे पीछे बैठते हैं ना, मेरा ध्यान उधर ही जाता है पहले, कि आते ही वो बैग अपना पीछे ही क्यों रखते हैं। फिर मैंने बोला पीछे क्यों बैठे हो, फिर मैंने कहा मेरा ध्यान वहीं जाएगा जो पीछे बच्चे बैठे हैं। फिर वो डिटेक्ट करते हैं, वो आगे बैठते हैं आकर। Great. Nice strategy. उनको सोचते हैं पीछे मैम का ध्यान नहीं जाता, तो मैं कहती मेरे सामने ही बैठो, बिल्कुल मेरे पीछे बैठो ना, पीछे बैठो मेरे सामने। अब रोटेट करते हैं, आगे आते हैं बच्चे, इंटरेस्ट लेते हैं। जैसे मैम ने बोला कि वीकर्स को हम इंटेलिजेंट के साथ करते हैं कि वो समझते हैं, उनका दिमाग में कि हमें ऐसे समझ आया, उनके दिमाग में भी ऐसे ही समझ आएगा। तो अब बच्चे मेरे पास टेबल पे ही खड़े होते, छोटे बच्चे हैं, तो मैं ड्यूटी लगाती, चल फिर मैं उनको देखती हूँ कि उन्होंने कैसे समझाया उसको, कि कैसे समझ आया। तो वो चीज़ हम भी से देखते हैं कि उसने उसको कैसे समझाया, कैसे समझ आया, वो लेसन मेरे को समझ आया, मैंने लर्न किया वहाँ से। फिर वही हमने आगे वही कंटिन्यू किया कि ऐसे बच्चों को आएगा। थैंक यू सर। God bless you. God bless you. अरे jealous? जो भी आपका कुलीग आए ना, आप उसको पता क्या है, सुनो भैन जी, इधर आओ। साढ़े ना दर्जी दा दर्जी दुश्मन थोड़ी, मैं क्या थोड़े स्कूल ही एप्लीकेबल नहीं है। रियलिटी क्या है कि कई टीचर्स क्यों नहीं आते बोलने, वो इसलिए नहीं आते कि दूसरे वाला क्या बोलेगा। ਤੁਹਾਨੂੰ ਕਿ ਲੋੜ ਸੀ ਜਾਣਦੇ? ਪਤਾ ਮੈਨੂੰ ਬੜਾ ਔੜ ਲੱਗ ਰਿਹਾ ਸੀ ਜਦੋਂ ਤੁਸੀਂ ਬੋਲ ਰਹੇ ਸੀ ਨਾ, ਗਾਂਧੀ ਜੀ ਗਾਂਧੀ ਜੀ ਗਾਂਧੀ ਜੀ। ਸਰ ਕਹਿੰਦੇ ਆ ਕਿ ਟੀਚਰ ਵਾਪਸ ਮਿੰਟ ਪਿੱਛੇ ਫਿਰ ਸਰ ਉਹਨਾਂ ਦੀ ਕੀ ਪਰਵਾਹ ਕਰਨੀ। मैं आपको एक फैक्ट बताता हूँ, मुझे माइक फोबिया था जी। क्या था? माइक फोबिया। एंड आई स्टडीड इन ए स्कूल विच इज सच ए स्कूल जिथे एडमिशन नहीं मिलती सी, एंड इट वाज ए गवर्नमेंट स्कूल बिकॉज इट्स वॉल इज कॉमन विद द शमशान घाट। तो ਜਦੋਂ ਵੀ ਕੋਈ ਸਾਡੇ ਪਿੰਡ 'ਚ ਮਰਦਾ ਸੀ, ਸਾਨੂੰ ਛੁੱਟੀ ਹੋ ਜਾਂਦੀ ਸੀ। ਤੇ ਜਦੋਂ ਅਸੀਂ ਸਵੇਰੇ ਸਵੇਰੇ ਆਉਂਦੇ ਸੀ, 2-4 ਬਾਬੇ ਉੱਥੇ ਬੈਠੇ ਹੁੰਦੇ, ਬੇੜੀਆਂ ਫੂਕਦੇ। ਮੈਂ ਕਿਹਾ ਛੁੱਟੀਆਂ ਬੈਠੀਆਂ। ਤੇ ਸਾਡੇ ਇੱਕ ਮਾਸਟਰ ਰਿਟਾਇਰ ਹੋਇਆ, ਮਾਸਟਰ ਲక్ష్మణ ਦਾਸ ਮੁਚਕਟਾ। ਉਹਦੀ ਮੁੱਛ ਨਹੀਂ ਹੁੰਦੀ ਸੀ, ਮੈਥ ਪੜ੍ਹਾਉਂਦੇ ਸੀ। ਐਂਡ ਵਾਟ ਹੈਪਨ, ਜਦੋਂ ਮਾਸਟਰ ਜੀ ਰਿਟਾਇਰ ਹੋਏ ਤੇ ਉਸ ਅੱਜ ਕੱਲ੍ਹ ਤਾਂ ਕੋਈ ਟੀਚਰ ਰਿਟਾਇਰ ਲੱਗਦਾ ਹੀ ਨਹੀਂ, ਉਹ ਬਾਲ ਬੁਲ ਰੰਗ ਕੇ ਲੋਰੀਆਂ ਵਰੀਆਂ ਲਗਾ ਕੇ ਉਹ ਮੁੰਡੇ ਖੁੰਡੇ ਜਿਹੇ ਲੱਗਦੇ ਨੇ। ਉਹ ਜਦੋਂ ਰਿਟਾਇਰ ਹੋਇਆ ਵਿਚਾਰਾ, ਕੁੜਤਾ ਪਜਾਮਾ, ਪਿੰਡ ਦਾ ਮਾਹੌਲ। ਸਾਡੇ 2 ਮਾਸਟਰ ਹੁੰਦੇ ਸੀ, ਮਾਸਟਰ ਹੰਸਰਾਜ ਤੇ ਮਾਸਟਰ ਪ੍ਰੇਮ। ਹੰਸਰਾਜ ਸਰ ਸੀਗੇ ਸਪੋਰਟਸ ਦੇ, ਉਹ 24/7 ਪੀ ਕੇ ਰੱਖਦੇ ਸੀ। ਤੇ ਜਿਹੜੇ ਪ੍ਰੇਮ ਸਰ ਸੀ ਹਿੰਦੀ ਦੇ, ਦੋਨੋਂ ਪੱਕੇ ਦੋਸਤ। ਤਾਂ ਉਸ ਵਕਤ ਨਾ ਮਾਰਨਿੰਗ ਅਸੈਂਬਲੀ 'ਚ ਮਾਸਟਰ ਜੀ ਨੂੰ ਗਾਣੇ ਗੁਣੇ ਸੁਣਾ ਕੇ 2-3 ਗਲੇ 'ਚ ਹਾਰ ਪਾ ਕੇ ਭੇਜ ਦਿੰਦੇ ਸੀ। ਸਾਈਕਲ ਤੇ ਬਿਠਾ ਕੇ ਵੀ ਰਿਟਾਇਰ ਹੋਇਆ। ਅੱਜ ਕੱਲ੍ਹ ਤਾਂ ਪਾਰਟੀ ਸ਼ਾਰਟੀ ਚੱਲਦੀ ਹੈ, ਹੁਣ ਯੂ ਨੋ ਬੁੱਕ ਹੁੰਦਾ, ਕਾਰਡ ਬੰਦੇ ਨੇ ਬਕਾਇਦਾ ਕਿ ਦੈਟ ਫਲਾਣਾ ਮਸਟ ਰਿਟਾਇਰ। ਤਾਂ ਲਿਖਦੇ ਨਹੀਂ, ਹੀ ਇਜ਼ ਨਾਓ ਡੂਇੰਗ ਸਰਵਿਸਿਜ਼ ਟੂ ਦ ਅਦਰ ਪਲੇਸ, ਐਂਡ ਨਾਓ ਉੱਥੇ ਦੀ ਜੁਆਇਨਿੰਗ, ਇੱਥੇ ਦੀ ਲੀਵਿੰਗ। ਰਿਟਾਇਰ ਤਾਂ ਕੋਈ ਲਿਖਦੇ ਹੀ ਨਹੀਂ।
किसी मुंडे ने कहता कि ये गाना गांदा है मैनू, अच्छा वो मास्टर जी पहले 2 थप्पड़ मारते सी फिर वो गल करते सी। आई वॉज सिटिंग इन द मॉर्निंग असेंबली, ही किक्ड मी, मैं गिर गया। हाँ मैं कहा हाँ जी चल माइक ते गाना सुना। मैं कहा हाँ जी, दुम मारे खिंच के, कैसा लगेगा थोड़े 2 थप्पड़ पे होन और थोड़ा माइक ते गाना गाना हो। Am I right? Yes, sir. ਹੁਣ ਮੈਨੂੰ ਪਤਾ ਵੀ ਇਹ ਬੰਦਾ C2H 5OH ਫਿਊਮਸ ਹਮੇਸ਼ਾ ਆਉਂਦੇ ਰਹਿੰਦੇ ਸੀ ਉਹਨਾਂ ਦੇ ਮੂੰਹ ਤੋਂ, ਤੇ ਉਹ ਐਸੇ ਸ਼ਖਸ ਸੀ ਦੋਨੋਂ ਦਾ ਸੰਡੇ ਨੂੰ ਸਵੇਰੇ ਠੇਕਾ ਖੁਲਵਾਉਂਦੇ ਸੀ, ਸ਼ਾਮ ਨੂੰ ਬੰਦ ਕਰਾ ਕੇ ਆਉਂਦੇ ਸੀ, ਪੱਕੇ ਦੋਸਤ। ਵਾਟ ਹੈਪਨ, ਮੈਂ ਕਿਹਾ ਯਾਰ ਇਹ ਹੋਰ ਕੁੱਟੇਗਾ, ਮੈਂ ਮਾਈਕ ਪਕੜ ਕੇ ਸ਼ੁਡ ਆਈ ਡੂ ਪ੍ਰੈਕਟੀਕਲੀ, ਮੈਂ ਇਦਾਂ ਹੀ ਮਾਈਕ ਪਕੜ ਕੇ ਮੈਂ ਹਮ ਕੀਤਾ, ਸ਼ੁਡ ਆਈ ਹਮ, ओके मैं कहता आपके अनुरोध पे मैं ये गीत सुनाता हूँ, मैं ये गीत सुनाता हूँ, अपने मन की बातों से आपका दिल बहलाता हूँ, आपके अनुरोध पे मत पूछो औरों के दुख में, ये प्रेम कवि क्यों रोता है, मत पूछो औरों के दुख में, ये प्रेम कवि क्यों रोता है, बस चोट किसी को लगती है और दर्द किसी को होता है, दूर कहीं कोई दर्पण टूटे तड़प के मैं रह जाता हूँ, आपके अनुरोध पे। ऐसे मैंने गाना गा दिया, कैसा है? अब मास्टर हंसराज स्पोर्ट्स वाले, प्रेम सर हिंदी वाले, अनुरोध शब्द हिंदी। तो पंजाब में आपको पता है कि हम लोग हिंदी कैसे बोलते हैं, भैया बीच में मंजे डाल देते हो, गोडे फंसते रहते हैं। तो वो कहने लगा प्रेम सर ये गाना अच्छा गाता है, कहता हाँ, अनुरोध का मतलब क्या होता है? कहता सर अनुरोध, रिक्वेस्ट, बिनती, प्रार्थना। कहता इन्हू बाहर बुला। साडे स्कूल दे विच ना एक वॉशरूम हुंदा सी, उहदे पिछे ले जाकर 4 फोर मारे। कहता मैं तेनू अनुरोध करूंगा। मैं कहा मास्टर जी पर तू गाना बढ़िया गाया। मैं कहा हाँ। कहते एक गाना होर सुना। अच्छा, कहते 7 दिन भगवान के क्या मंगल क्या पीर, जिस दिन सोए देर तक भूखा रहे फकीर, सूरज ठेकेदार सा सबको बांटे काम, नदियां सींचे खेत को तोता कुतरे आम, मंदिर में है मूर्ति मीरा के संग शाम, जिसकी जितनी चाकरी उसके उतने दाम, जैसी संगत साधिए वैसा होगा रूप, जैसे आम के पेड़ से मिलकर मीठी हो गई धूप। तो अच्छी कंपनी, अच्छी चीज़ा, सर दे मुंह तो इथानॉल C2H 5OH दी फ्यूम। तो मैं उतो इंस्पायर होके बोलिया, मैं क्या, लोग कहते हैं मैं शराबी हूँ, तूने भी शायद यही सोच लिया। ऐदा कितना ही है, उन्हें फिर मारे 2। कहना तू सालिया फिर मेरे ते गाया। मैं कहा मास्टर जी हुण मैं थोड़े ते नहीं गाऊंगा, हुण मैनू प्लीज जान देना। मैं माइक पकड़ के विद रिस्पेक्ट एंड रिगार्ड हंसराज सर एंड प्रेम सर, मैं माइक पकड़ के गाना गाया। ओ हंसनी मेरी हंसनी कहाँ उड़ चली, मेरे अरमानों के पंख लगा के कहाँ रे उड़ चली ओ हंसनी। अब अगली लाइन मैंने बोली, आजा तेरी राह में भटक रहा रे तेरा हंसा। उन्हें दूरों ही डंडा मारिया कमा के, क्योंकि मास्टर जी दी पत्नी प्यार नाल उन्हें हंसा कहंदा सी, और हंसराज सर अपनी वाइफ नु प्यार नाल ओ हंसनी। सो लॉजिक क्या है? आई एम ग्रेटफुल टू दैट टीचर्स दैट अगर वो मैनू मौका ना देंदे
ਤਾਂ ਸ਼ਾਇਦ ਮੈਂ ਵਰਕਸ਼ਾਪ ਨਾ ਕਰ ਰਿਹਾ ਹੁੰਦਾ। ਤਾਂ ਤੁਸੀਂ ਕਿਹਾ ਇੱਕ ਟੀਚਰ ਇੱਕ ਐਕਟਰ ਹੈ, ਮੈਂ ਕਿਹਾ ਟੀਚਰ ਇਜ਼ ਅ ਟੋਟੈਲਿਟੀ ਇਨ ਅ ਪਰਸਨੈਲਿਟੀ। ਇੱਕ ਆ ਡੈਫੀਨੇਸ਼ਨ ਬਣ ਕੇ ਆਈ। ਐਂਡ ਇੱਕ ਮੈਮ ਤੁਸੀਂ ਵੀ ਕੁਝ ਦੱਸਣਾ ਚਾਹ ਰਹੇ ਸੀ ਟੀਚਰ ਬਾਰੇ? नहीं मैं दस चुकी अच्छा, दस चुके। अच्छा देखो हंसराज मैम नहीं है, मेरे मैम ने एंड